नानक नाम निरंजन जानियो। कीनी भगत प्रेम लिव लाई। तांते अंगद अंग संग भयो सायर। तिन शब्द सुरत की नीवर खाई। गुरु अमरदास की अकथ कथा है। एक जी कछ कही न जाई। सोडी श्रेष्ठ सगल तारण को। अब गुरु रामदास को मिली बड़ाई। सोडी श्रेष्ठ सगल तारण को। अब गुरु रामदास को मिली बड़ाई। हम सर दीन दयाल न तुम सर। अब पतियार क्या कीजै। बचनी तोर मोर मन मानै। जन को पूरन दीजै। बचनी तोर मोर मन मानै। जन को पूरन दीजै। हूँ बल बल जाऊँ रमैया कारणे। कारण कवन अबोल। बहुत जन्म बिछरे थे माधो। यह जन्म तुम्हारे लिखे। कह रविदास आस लग जीवों। चिर भयो दर्शन देखे। कह रविदास आस लग जीवों। चिर भयो दर्शन देखे। तेरे कवन कवन गुण कह गावा। तू साहिब गुणी निधाना। तुमरी महिमा बरन ना सकूं। तू ठाकुर ऊच भगवाना। तुमरी महिमा बरन न सकूं। तू ठाकुर ऊच भगवाना। जुगो जुग अटल सतगुरु गुरगद्दी ते सुभाईमान दसां पातशाहियां दी जोत सतगुरु गरीब नवाज भगत वत्सल पतित पावन करुणा निदान उपमा महान सतगुरु धन गुरु ग्रंथ साहिब जी महाराज जी दी पावन और पवित्र मुबारक अमृतमयी हजूरी विखे चरण शरण विखे संध्या वेले दे दीवाना दी हाजरी भर रही गुरु रूप साध संगत गुरु साहिब जी ने बेअंत रहमतां बख्शिशां कीतियां। सानू अपनी पावन पवित्र सुभागी गोद दी हजूरी दी दात बख्शी है और गुर संगत दा गुरु दरबार दा आनंद माणदियां होया गुरु घर दे कीर्तनियां पासों
ਗੁਰੂ ਘਰ ਦੀ ਮਰਿਆਦਾ ਮੁਤਾਬਕ ਸ਼ਬਦ ਕੀਰਤਨ ਪਿਆਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਕੀਰਤਨ ਤੋਂ ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਭਗਤ ਕਬੀਰ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ। ਅੰਮ੍ਰਿਤਮਈ ਸ਼ਲੋਕ ਆਪ ਜੀ ਨਿਤਾ ਪ੍ਰਤੀ ਵਿਚਾਰ ਸਹਿਤ ਸ਼ਰਵਣ ਕਰਦੇ ਹੋ। ਸੋ ਪਾਵਨ ਬਾਣੀ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਦਸਮ ਪਾਤਸ਼ਾਹ ਜੀ ਤਿੰਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਅਦਬ ਔਰ ਪਿਆਰ ਸਤਿਕਾਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ 117 ਸ਼ਲੋਕਾਂ ਤੱਕ ਦੀ ਵਿਚਾਰ ਪਿਛਲੇਰਿਆਂ ਦੀਵਾਨਾਂ 'ਚ ਆਪ ਜੀ ਨੇ ਸ਼ਰਵਣ ਕੀਤੀ ਹੈ। ਕੱਲ੍ਹ ਜਿੱਥੋਂ ਆਪਾਂ ਵਿਚਾਰ ਨੂੰ ਸੰਕੋਚਿਆ ਸੀ 117 ਨੰਬਰ ਸ਼ਲੋਕ, ਉਸ ਸ਼ਲੋਕ ਰਾਹੀਂ ਕਬੀਰ ਜੀ ਨੇ ਸਾਨੂੰ ਸਮਝਾਇਆ ਕਿ ਇਹ ਜਿਹੜਾ ਸਾਡਾ ਸਰੀਰ ਹੈ ਨਾ, ਬਹੁਤ ਕੀਮਤੀ ਸਰੀਰ ਹੈ, ਕਾਇਆ ਹੈ। ਇਹਨੂੰ ਸੋਨ ਸਮਾਨ ਕਿਹਾ, ਸੋਨੇ ਦੀ ਤਰ੍ਹਾਂ। ਜਿਵੇਂ ਧਾਤੂਆਂ ਦੇ ਵਿੱਚੋਂ ਸੋਨਾ, ਹੀਰਾ ਇਹ ਸਭ ਤੋਂ ਕੀਮਤੀ ਧਾਤੂ ਹਨ। ਇਸੇ ਤਰ੍ਹਾਂ ਜੀਵ ਤੇ ਜਗਤ ਅੰਦਰ, ਕੁਦਰਤ ਅੰਦਰ ਬੇਅੰਤ ਵਾਹਿਗੁਰੂ ਨੇ ਸਾਜੇ ਹਨ। ਉਸਤਤ ਕਰੈ ਅਨੇਕ ਜਨ, ਅੰਤ ਨ ਪਾਰਾਵਾਰ। ਨਾਨਕ ਰਚਨਾ ਪ੍ਰਭ ਰਚੀ, ਬਹੁ ਬਿਧ ਅਨਕ ਪ੍ਰਕਾਰ। ਬਹੁ ਭਾਂਤੀ ਅਨਕ ਪ੍ਰਕਾਰੀ ਰਚਨਾ ਅਕਾਲ ਪੁਰਖ ਵਾਹਿਗੁਰੂ ਨੇ ਰਚੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਸਾ ਦੀ ਵਾਰ ਬਾਣੀ ਅੰਦਰ ਬਚਨ ਹਨ। ਕਹਿੰਦੇ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੈ ਫਿਰੈ ਜੰਤ। ਦਾਤੇ ਦੀ ਸਿਰਜੀ ਹੋਈ ਕੁਦਰਤ ਅੰਦਰ ਕਿੰਨੀਆਂ ਤਰ੍ਹਾਂ ਦੀਆਂ ਆਵਾਜ਼ਾਂ ਹਨ। ਜਿੰਨੇ ਧਰਤੀ 'ਤੇ ਜੀਵ ਨੇ, ਜਿੰਨੀਆਂ ਜੀਵਾਂ ਦੀਆਂ ਜਾਤੀਆਂ ਪ੍ਰਜਾਤੀਆਂ ਨੇ, ਸਭ ਦੀਆਂ ਵੱਖਰੀਆਂ ਵੱਖਰੀਆਂ ਆਵਾਜ਼ਾਂ। ਔਰ ਮਨੁੱਖ ਤੇ ਆਪਾਂ ਸਾਰੇ ਹੀ ਮਨੁੱਖ ਹਾਂ, ਪਰ ਹਰ ਇੱਕ ਦੀ ਆਵਾਜ਼ ਦੂਜੇ ਤੋਂ ਵੱਖਰੀ ਹੈ। ਬੋਲਣ ਵਾਲੀ ਜ਼ੁਬਾਨ ਇੱਕੋ ਜਿਹੀ ਹੈ, ਪਰ ਆਵਾਜ਼ ਵੱਖਰੀ ਹੈ। ਆਪਾਂ ਦੂਜੇ ਦੀ ਆਵਾਜ਼ ਸੁਣਦੇ ਹਾਂ, ਉਹਨੂੰ ਵੇਖਦੇ ਨਹੀਂ ਹਾਂ। ਜਦੋਂ ਫੋਨ ਆਉਂਦਾ ਹੈ ਅਤੇ ਆਵਾਜ਼ ਸੁਣ ਕੇ ਪਹਿਚਾਣ ਲੈਂਦੇ ਹਾਂ ਕਿ ਕੌਣ ਬੋਲ ਰਿਹਾ ਹੈ। ਭਾਵੇਂ ਸਾਡਾ ਹਜ਼ਾਰਾਂ ਲੋਕਾਂ ਦੇ ਨਾਲ ਸੰਪਰਕ ਹੋਏ, ਕੋਈ ਵੀ ਬੋਲਦਾ ਹੈ, ਅਸੀਂ ਆਵਾਜ਼ ਤੋਂ ਪਹਿਚਾਣ ਲੈਂਦੇ ਹਾਂ ਕੌਣ ਬੋਲ ਰਿਹਾ ਹੈ। ਔਰ ਮਹਾਰਾਜ ਕਹਿੰਦੇ, ਵੇਖੋ ਵਾਹਿਗੁਰੂ ਨੇ ਕਿੰਨੀ ਭਿੰਨਤਾ ਇਸ ਕੁਦਰਤ ਦੇ ਅੰਦਰ ਬਣਾਈ ਹੈ। ਹਰ ਇੱਕ ਦੀ ਆਵਾਜ਼ ਵੱਖਰੀ ਵੱਖਰੀ ਹੈ, ਹਰ ਇੱਕ ਦਾ ਗਿਆਨ ਵੱਖਰਾ ਵੱਖਰਾ ਹੈ। ਜੀਵ ਵੱਖਰੇ ਵੱਖਰੇ ਨੇ। ਜੀਵਾਂ ਦੇ ਅੰਦਰ ਦੇ ਹੈਰਾਨ ਤੋਂ ਹੈਰਾਨ ਕਰ ਦੇਣ ਵਾਲੇ ਭੇਦ ਹਨ। ਵਿਸਮਾਦ ਰੂਪ, ਵਿਸਮਾਦ ਰੰਗ, ਹੈਰਾਨ ਕਰ ਦੇਣ ਵਾਲੇ ਰੂਪ ਰੰਗ ਨੇ। ਬਹੁ ਭਾਂਤੀ ਕੁਦਰਤ ਹੈ, ਕਹਿਣ ਦਾ ਭਾਵ। ਹੁਣ ਇਹ ਜਿਹੜੀ ਬੇਅੰਤ ਤਰ੍ਹਾਂ ਦੀ ਕੁਦਰਤ ਹੈ, ਵਿਚਾਰਵਾਨਾਂ ਨੇ ਸਭ ਤੋਂ ਉੱਤਮ ਜੀਵਨ ਮਨੁੱਖਾ ਜੀਵਨ ਮੰਨਿਆ ਹੈ। ਅਵਰ ਜੂਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਹਜੂਰ ਕਹਿੰਦੇ, ਦੁਲੱਭ ਦੇ ਪਾਈ ਵਡਭਾਗੀ। ਵੱਡਿਆਂ ਭਾਗਾਂ ਸਦਕਾ, ਚੰਗੇ ਕਰਮਾਂ ਸਦਕਾ ਇਹ ਉੱਤਮ ਮਨੁੱਖਾ ਦੇਹੀ ਤੈਨੂੰ ਮਿਲੀ ਹੈ।
ਕਬੀਰ ਸਾਹਿਬ ਕਹਿੰਦੇ ਜਿਵੇਂ ਧਾਤਾਂ ਦੇ ਵਿੱਚੋਂ ਸੋਨਾ ਸਭ ਤੋਂ ਉੱਤਮ ਧਾਤ, ਹੀਰਾ ਸਭ ਤੋਂ ਉੱਤਮ, ਇਸੇ ਤਰ੍ਹਾਂ ਜੀਵ ਤੇ ਸਾਰੇ ਹੀ ਜੀਵ ਜੂਨੀਆਂ ਤੇ ਸਾਰੀਆਂ ਹੀ ਰੱਬ ਦੀਆਂ ਬਣਾਈਆਂ ਹੋਈਆਂ ਜੂਨਾਂ ਹਨ, ਪਰ ਸਭ ਤੋਂ ਉੱਤਮ ਹੈ ਮਨੁੱਖਾ ਜੀਵਨ, ਮਨੁੱਖਾ ਦੇਹ। ਤੇ ਇਸ ਜੀਵਨ ਨੂੰ ਪ੍ਰਾਪਤ ਕਰਕੇ ਕਿੰਨੇ ਲੋਕ ਐਸੇ ਨੇ ਜਿਹੜੇ ਸੰਸਾਰ ਅੰਦਰ ਆਏ ਪਰ ਬੰਧਨਾਂ 'ਚ ਹੀ ਬੱਝੇ ਪਏ ਹਨ, ਅਟਕੇ ਪਏ ਹਨ। ਸੰਸਾਰ ਵਾਲੇ ਪਾਸੇ ਜਿਨ੍ਹਾਂ ਦਾ ਮੁੱਖ ਹੈ, ਨਿਰੰਕਾਰ ਵਾਲੇ ਪਾਸੇ ਪਿੱਠ ਹੈ। ਤੇ ਭਗਤ ਕਬੀਰ ਸਾਹਿਬ ਆਪਣੇ ਆਪ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹਿ ਰਹੇ ਨੇ, ਹਾਲਾਂਕਿ ਉਪਦੇਸ਼ ਸਾਡੇ ਲਈ ਹੈ। ਬਾਣੀ 'ਚ ਕਿੰਨੇ ਪ੍ਰਮਾਣ ਨੇ ਜਿੱਥੇ ਮਹਾਰਾਜ ਨੇ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ, ਪਰ ਉਪਦੇਸ਼ ਅਸਲ 'ਚ ਸਾਡੇ ਲਈ ਹੈ। ਕਬੀਰ ਸਾਹਿਬ ਕਹਿੰਦੇ, ਹੇ ਮਨਾ, ਲੋਕ ਮਾਇਆ ਮੋਹ ਦੇ ਬੰਧਨਾਂ 'ਚ ਬੱਝੇ ਪਏ ਨੇ, ਤੂੰ ਨਾ ਇੱਦਾਂ ਬੱਝਿਆ ਰਵੀਂ। ਕੀਮਤੀ ਸੋਨੇ ਵਰਗਾ ਸਰੀਰ ਮਿਲਿਆ ਹੈ, ਇਹਨੂੰ ਇੱਦਾਂ ਵਿਅਰਥ ਨਾ ਗਵਾ ਲਈ ਜਿਵੇਂ ਆਟੇ ਦੇ ਵਿੱਚ ਲੂਣ, ਪਤਾ ਹੀ ਕੁਝ ਨਹੀਂ ਲੱਗਦਾ ਹੈ। ਅੱਗੇ ਹੁਣ ਅੱਜ ਦੇ 118 ਨੰਬਰ ਸ਼ਲੋਕ ਅੰਦਰ ਕਬੀਰ ਸਾਹਿਬ ਫਰਮਾਨ ਕਰਦੇ ਨੇ ਕਿ ਵੇਖੋ ਮਨੁੱਖ ਦੀ ਪਕੜ ਕਿੰਨੀ ਹੈ ਸੰਸਾਰ ਪ੍ਰਤੀ, ਪਦਾਰਥਾਂ ਪ੍ਰਤੀ, ਪਿਛਾਂਹ-ਮੁਖੀ ਪਕੜ। ਕਬੀਰ ਹੰਸ ਉੱਡਿਓ ਤਨ ਗਾਡਿਓ, ਸੋ ਜਾਈ ਸੈਨਾ। ਹੰਸ ਦਾ ਭਾਵ ਹੈ ਆਤਮਾ, ਜਿਹੜੀ ਜਿੰਦ ਸਾਡੀ ਸਰੀਰ ਕਾਇਆ ਦੇ ਅੰਦਰ ਹੈ। ਜਿੰਨੀ ਦੇਰ ਆਤਮਾ ਰੂਪੀ ਜੋਤ ਕਾਇਆ ਦੇ ਅੰਦਰ ਵਰਤ ਰਹੀ ਹੈ, ਓਨੀ ਦੇਰ ਚੱਲ ਰਿਹਾ ਹੈ ਜੀਵਨ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦਾ ਸ਼ੁਕਰ ਕਰ ਜਿਹਨੇ ਤੇਰੇ ਸਰੀਰ ਦੀ ਉਤਪਤੀ ਕੀਤੀ, ਸਰੀਰ ਦੇ ਅੰਦਰ ਆਤਮਾ ਨੂੰ ਟਿਕਾਇਆ, ਆਤਮਾ ਨੂੰ ਟਿਕਾਇਆ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਉਹਨੇ ਆਪਣੀ ਜੋਤ ਰੱਖੀ, ਤੇਰਾ ਸੰਸਾਰ ਅੰਦਰ ਜੀਵਨ ਚੱਲਿਆ। ਜੇ ਉਹ ਜੋਤ ਆਪਣੀ ਨਾ ਟਿਕਾਉਂਦਾ, ਜਿੱਦਣ ਤੇਰਾ ਸੰਸਾਰ 'ਚ ਜੀਵਨ ਜਨਮ ਹੋਇਆ ਉਦਣ ਹੀ ਸਭ ਨੇ ਕਹਿਣਾ ਸੀ ਇਹ ਮੁਰਦਾ ਹੈ, ਜੇ ਅੰਦਰ ਜੋਤ ਨਾ ਵਰਤਦੀ। ਜਿਸ ਦਿਨ ਉਹਦੀ ਜੋਤ ਅੰਦਰ ਤੋਂ ਵੱਖਰੀ ਹੁੰਦੀ ਹੈ, ਉਸ ਦਿਨ ਮਨੁੱਖ ਮੁਰਦਾ ਹੈ। ਸਮੁੱਚੀ ਬਨਸਪਤੀ ਦੀ ਇਹੀ ਵੇਖੋ ਖੇਡ ਹੈ। ਦਰਖਤ ਵੀ ਸੁੱਕਦੇ ਨੇ, ਪਸ਼ੂ ਪੰਛੀ ਵੀ ਮਰਦੇ ਹਨ। ਉਹ ਜਿਹੜੀ ਅੰਦਰ ਜਿਉਂਦਿਆਂ ਰੱਖਣ ਵਾਲੀ ਇੱਕ ਕਲਾ ਵਰਤਦੀ ਹੈ, ਜਿੰਨੀ ਦੇਰ ਤੱਕ ਉਹ ਕਲਾ ਵਰਤ ਰਹੀ ਹੈ ਓਨੀ ਦੇਰ ਤੱਕ ਜੀਵ ਜਿਉਂਦਾ ਹੈ, ਪਸ਼ੂ ਜਿਉਂਦੇ ਨੇ, ਬਨਸਪਤੀ ਜਿਉਂਦੀ ਹੈ। ਤੇ ਜਿਸ ਦਿਨ ਉਹ ਮਾਲਕ ਦੀ ਜੋਤ ਅੰਦਰ ਤੋਂ ਮਾਲਕ ਖਿੱਚ ਲੈਂਦਾ ਹੈ, ਉਦਣ ਫਿਰ ਉਸੇ ਚੀਜ਼ ਦਾ ਅੰਤ ਹੈ ਜਿਹਦੇ ਅੰਦਰੋਂ ਉਹਨੇ ਜੋਤ ਖਿੱਚ ਲਈ। ਜੋਤ ਕਰਕੇ ਜੀਵਨ ਹੈ। ਤੇ ਕਬੀਰ ਸਾਹਿਬ ਕਹਿੰਦੇ ਵੇਖ ਕੀ ਹੁੰਦਾ ਹੈ, ਅਖੀਰਲਾ ਸਮਾਂ ਆਇਆ, ਸਰੀਰ 'ਚੋਂ ਜੋਤ ਹੁਣ ਮਾਲਕ ਨੇ ਕੱਢ ਲੈਣੀ ਹੈ। ਬਿਲਕੁਲ ਅਖੀਰ 'ਤੇ ਬੰਦਾ ਮੰਜੇ 'ਤੇ ਪਿਆ ਹੈ। ਹੁਣ ਲਗਭਗ ਇਹਨੂੰ ਵੀ ਪਤਾ ਲੱਗ ਗਿਆ ਕਿ ਮੇਰਾ ਅਖੀਰਲਾ ਸਮਾਂ ਨੇੜੇ ਆ ਗਿਆ। ਕਿਉਂਕਿ ਜਦੋਂ ਉਹ ਸਮਾਂ ਨੇੜੇ ਆਉਂਦਾ ਹੈ, ਮਹਾਰਾਜ ਕਹਿੰਦੇ ਉਦੋਂ ਇਹਦੀ ਹਾਲਤ ਕੀ ਬਣਦੀ ਹੈ। ਹੱਥ ਮਰੋੜੈ ਤਨ ਕੰਪੈ, ਸਿਉਂ ਹੋਆ ਸੇਤ। ਹੱਥ ਮਰੋੜਦਾ ਸਰੀਰ ਕੰਬਦਾ, ਰੰਗ ਬਦਲ ਜਾਂਦਾ। ਹੁਣ ਮੌਤ ਸਾਹਮਣੇ ਦਿਸ ਰਹੀ ਹੈ, ਬਸ ਹੁਣ ਜਾਣਾ ਹੀ ਪੈਣਾ ਹੈ, ਜਾਣਾ ਪੈਣਾ ਹੈ। ਅਖੀਰ ਹਾਲਾਂਕਿ ਜਾਣਾ ਕੋਈ ਨਹੀਂ ਚਾਹੁੰਦਾ ਹੈ, ਪਰ ਜਾਣਾ ਪੈਂਦਾ ਹੈ। ਇੱਕ ਜਗ੍ਹਾ ਕਬੀਰ ਸਾਹਿਬ ਦਾ ਹੀ ਬਚਨ ਹੈ, ਕਹਿੰਦੇ ਜਦੋਂ ਜੀਵ ਨੂੰ ਜੰਮ ਲੈਣ ਦੇ ਲਈ ਵੀ ਪਹੁੰਚ ਜਾਂਦੇ ਹਨ, ਤੇ ਇਹ ਕਿਉਂਕਿ ਜ਼ਿੰਦਗੀ ਭਰ ਇੱਦਾਂ ਸੰਸਾਰੀ ਵਿਹਾਰੀ ਬਿਰਤੀ ਦੇ ਨਾਲ ਵਿਚਰਦਾ ਰਿਹਾ ਸੀ, ਇਹ ਸੋਚਦਾ ਹੈ ਮੈਂ ਜਮਾਂ ਦੇ ਨਾਲ ਵੀ ਕੋਈ ਨਾ ਕੋਈ ਸੌਦੇਬਾਜ਼ੀ ਕਰਾਂ, ਕੋਈ ਦੋ ਚਾਰ ਪੈਸਿਆਂ ਦਾ ਇੱਧਰ ਉੱਧਰ ਹੱਥ ਲੈਣ ਦੇਣ ਕਰਾਂ ਤੇ ਇਹਨਾਂ ਤੋਂ ਵੀ ਖਹਿੜਾ ਛੁੱਟ ਜਾਏ, ਪਰ ਛੁੱਟਦਾ ਨਹੀਂ ਹੈ। ਉਹ ਕਹਿੰਦੇ ਕਰੂੰ ਅਰਦਾਸ ਗਾਮ ਕਿਛ ਬਾਕੀ, ਲਿਹੋ ਨਬੇਰ ਆਜ ਕੀ ਰਾਤੀ। ਜਮ ਆ ਗਏ ਬੰਦੇ ਨੂੰ ਲੈਣ। ਤੇ ਕਬੀਰ ਸਾਹਿਬ ਕਹਿੰਦੇ ਇਹ ਕੀ ਕਹਿੰਦਾ ਹੈ, ਅਜੇ ਕੁਝ ਕੰਮ ਪਿੰਡ 'ਚ ਮੇਰੇ ਬਚੇ ਨੇ ਲੈਣ ਦੇਣ ਜਿਨ੍ਹਾਂ ਦਾ, ਕਿਉਂਕਿ ਬੰਦਾ ਵੇਖੋ ਹਰ ਚੀਜ਼ 'ਤੇ ਭੇਦ ਰੱਖਦਾ, ਬੜੇ ਪੜਦੇ ਮਾਇਆਧਾਰੀ ਮਨੁੱਖ ਰੱਖਦਾ ਹੈ। ਆਪਣੇ ਧਨ ਦਾ ਆਪਣੇ ਪਰਿਵਾਰ ਤੱਕ ਨੂੰ ਵੀ ਲੋਕ ਪਤਾ ਨਹੀਂ ਦੱਸਦੇ ਹਨ। ਬੈਂਕਾਂ ਦੇ ਅੰਦਰ ਵੀ ਕਿੰਨੇ ਐਸੇ ਅਕਾਊਂਟ, ਕਿੰਨੀ ਐਸੀ ਮਾਇਆ ਹੈ ਜਿਨ੍ਹਾਂ ਦਾ ਕਲੇਮ ਕਰਨ ਵਾਲਾ ਹੀ ਕੋਈ ਨਹੀਂ ਹੈ। ਜਿਹੜੇ ਹੈਨ ਸਨ ਮਰ ਗਏ, ਪਿੱਛੇ ਵਾਲਿਆਂ ਨੂੰ ਪਤਾ ਹੀ ਕੁਝ ਨਹੀਂ, ਬਾਪੂ ਨੇ ਕਿਹੜੇ ਖਾਤੇ 'ਚ ਕਿੱਥੇ ਐਫਡੀਆਂ ਕਰਾਈਆਂ, ਕਿੱਥੇ ਨਹੀਂ ਕਰਾਈਆਂ, ਕਿੱਥੇ ਧਨ ਦਿੱਤਾ।
ਹੁਣ ਮਹਾਰਾਜ ਕਹਿੰਦੇ ਜਦੋਂ ਅਖੀਰਲਾ ਸਮਾਂ ਜਾਣ ਦਾ ਆਉਂਦਾ, ਇੱਕ ਪਾਸੇ ਮੋਹ ਦੀ ਪਕੜ ਹੈ, ਇੱਕ ਪਾਸੇ ਜੰਮ ਲੈਣ ਦੇ ਲਈ ਖਲੋਤੇ ਹਨ। ਇਹ ਚਾਹੁੰਦਾ ਹੈ ਕਿ ਮੈਂ ਆਪਣੇ ਲੁਕਾਏ ਹੋਏ ਧਨ ਦਾ ਭੇਦ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ ਦੇਵਾਂ, ਜਾਂ ਉਹਨਾਂ ਦੇ ਨਾਂ 'ਤੇ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਅੱਜ ਤੱਕ ਨਹੀਂ ਲਗਾ ਸਕਿਆ ਲਗਾਵਾਂ, ਪਰ ਹੁਣ ਸਮਾਂ ਕੋਈ ਨਹੀਂ ਹੁੰਦਾ ਹੈ। ਇਹ ਫਿਰ ਕੀ ਕਰਦਾ ਹੈ? ਕਬੀਰ ਸਾਹਿਬ ਕਹਿੰਦੇ ਇਹ ਜਮਾਂ ਅੱਗੇ ਵੀ ਬੇਨਤੀ ਕਰਦਾ ਹੈ ਕਿ ਬਸ ਘੱਟ, ਜੇ ਬਹੁਤਾ ਨਹੀਂ ਤੇ ਅੱਜ ਦੀ ਰਾਤ ਦਾ ਸਮਾਂ ਹੀ ਦੇ ਦੇਵੋ, ਮੈਂ ਜਿਹੜੇ ਕੁਝ ਕੰਮ ਰਹਿੰਦੇ ਨੇ ਨਿਬੇੜ ਲਵਾਂ। ਕਰੂੰ ਅਰਦਾਸ ਗਾਮ ਕਿਛ ਬਾਕੀ, ਲੇਹੂੰ ਨਬੇਰ ਆਜ ਕੀ ਰਾਤੀ, ਕੁਛ ਵੀ ਖਰਚ ਤੁਮਾਰਾ ਸਾਰੂ, ਸੁਬਹ ਨਿਵਾਜ ਸਰਾਏ ਗੁਜ਼ਾਰੂ। ਉਹਨਾਂ ਨੂੰ ਕਹਿੰਦਾ ਕੁਝ ਤੁਹਾਨੂੰ ਵੀ ਖਰਚਾ ਪਾਣੀ ਦੇ ਦੇਵਾਂਗਾ, ਸਵੇਰ ਦੀ ਜਿਹੜੀ ਨਮਾਜ਼ ਹੈ ਆਪਾਂ ਰਸਤੇ 'ਚ ਹੀ ਪੜਾਅ 'ਚ ਪੜ੍ਹ ਲਵਾਂਗੇ, ਬਸ ਆ ਰਾਤ ਦਾ ਸਮਾਂ ਦੇ ਦੇਵੋ। ਪਰ ਜਦੋਂ ਮਾਲਕ ਦੇ ਘਰ ਤੋਂ ਹੁਕਮ ਆਉਂਦਾ ਹੈ ਉਦੋਂ ਕਿਸੇ ਨੂੰ ਸਮਾਂ ਨਹੀਂ ਜੇ ਮਿਲਦਾ। ਜਿਨਕੀ ਚੀਰੀ ਦਰਗਾਹ ਪਾਟੀ, ਤਿੰਨਾ ਮਰਨਾ ਭਾਈ, ਮਲਕਲ ਮੌਤ ਜਾਂ ਆਵਸੀ, ਸਭ ਦਰਵਾਜ਼ੇ ਭੰਨ। ਗੁਰੂ ਕਹਿੰਦੇ ਉਦੋਂ ਕੋਈ ਵਕਤ ਨਹੀਂ ਮਿਲਦਾ ਹਿਸਾਬ ਕਿਤਾਬ ਕਰਨ ਦਾ। ਤੇ ਕਬੀਰ ਸਾਹਿਬ ਕਹਿੰਦੇ ਕਬੀਰ ਹੰਸ ਉੱਡਿਓ ਤਨ ਗਾਡਿਓ, ਸੋ ਜਾਈ ਸੈਨਾ। ਹੁਣ ਆਤਮਾ ਰੂਪੀ ਹੰਸ ਸਰੀਰ 'ਚੋਂ ਉਡਾਰੀ ਮਾਰਨ ਲੱਗਾ ਹੈ, ਸਰੀਰ ਨੇ ਢਹਿ ਢੇਰੀ ਹੋਣਾ, ਮਰਨ ਦਾ ਸਮਾਂ ਹੈ। ਇਹ ਮਰਦਾ ਮਰਦਾ ਵੀ ਅਖੀਰ ਤੇ ਸੈਨਤਾ ਮਾਰਦਾ ਹੈ, ਇਸ਼ਾਰੇ ਕਰਦਾ ਫਿਰਦਾ ਹੈ ਇਹ ਜੀਵ। ਮਰਦੇ ਮਰਦਿਆਂ ਵੀ ਇਹਦੀ ਬਿਰਤੀ ਮਾਇਆ ਤੇ ਧਨ ਤੇ ਵਸਤੂਆਂ ਤੇ ਟਿਕੀ ਰਹਿੰਦੀ। ਜਿਵੇਂ ਉਹ ਇੱਕ ਬੜੀ ਪਿਆਰੀ ਕਹਾਣੀ ਵੀ ਆ ਕਿ ਬਜ਼ੁਰਗ ਸੀ, ਕੋਈ ਮਰਨੇ ਪਿਆ, ਅਖੀਰਲਾ ਸਮਾਂ, ਧੀਆਂ ਪੁੱਤਰ ਕੋਲ। ਇਹਨੇ ਆਵਾਜ਼ ਮਾਰੀ ਆਪਣੇ ਵੱਡੇ ਪੁੱਤਰ ਦਾ ਨਾਂ ਲੈ ਕੇ, ਕਿੱਥੇ ਹੈ ਮੇਰਾ ਵੱਡਾ ਪੁੱਤ? ਘਰ ਵਾਲੀ ਸਰਾਣੇ ਸੀ, ਕਹਿਣ ਲੱਗੀ ਜੀ ਆ ਕੋਲ ਹੀ ਖਲੋਤਾ ਹੈ, ਹੁਣ ਤੁਸੀਂ ਰੱਬ ਰੱਬ ਜਪੋ, ਅਖੀਰਲਾ ਸਮਾਂ, ਪੁੱਤ ਕੋਲ ਹੀ ਹੈ, ਪੁੱਤ ਨੂੰ ਨਾ ਆਵਾਜ਼ ਮਾਰੋ, ਰੱਬ ਨੂੰ ਪੁਕਾਰ ਲਵੋ। ਕਿਉਂਕਿ ਉਹ ਸਮਾਂ, ਜੇ ਸਾਰੀ ਜ਼ਿੰਦਗੀ ਨਹੀਂ ਰੱਬ ਦਾ ਨਾਂ ਲਿਆ, ਘੱਟ ਤੋਂ ਘੱਟ ਬੰਦਾ ਉਦੋਂ ਹੀ ਰੱਬ ਦਾ ਨਾਂ ਲੈ ਲਵੇ ਜਦੋਂ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਪੈਂਦੇ ਖਾਂ ਦੇ ਨਾਲ ਗੁਰੂ ਸਾਹਿਬ ਦਾ ਮੁਕਾਬਲਾ ਹੋਇਆ। ਪੈਂਦੇ ਨੇ ਵੰਗਾਰਿਆ ਮਹਾਰਾਜ ਨੂੰ, ਕਹਿਣ ਲੱਗਾ ਮੇਰੇ ਨਾਲ ਆਓ, ਮੁਕਾਬਲਾ ਕਰੋ, ਕਿਉਂਕਿ ਇਹਨੂੰ ਬੜਾ ਮਾਣ ਸੀ ਆਪਣੀ ਤਾਕਤ ਦਾ। ਸਤਿਗੁਰੂ ਕਹਿਣ ਲੱਗੇ ਠੀਕ ਹੈ, ਪੁੱਤਰਾਂ ਦੀ ਤਰ੍ਹਾਂ ਪਾਲਿਆ ਸੀ, ਅੱਜ ਵੰਗਾਰਦਾ ਪਿਆ ਹੈ, ਕੋਈ ਨਾ। ਇਹ ਕਹਿਣ ਲੱਗਾ ਤੀਰ ਚਲਾਓ। ਮਹਾਰਾਜ ਕਹਿਣ ਲੱਗੇ ਨਹੀਂ, ਪਹਿਲਾਂ ਤੂੰ ਚਲਾ। ਇਹਨੇ ਇੱਕ ਵਾਰ, ਦੋ ਵਾਰ, ਤਿੰਨ ਵਾਰ ਸਤਿਗੁਰਾਂ ਤੇ ਤੀਰ ਚਲਾਇਆ, ਪਰ ਪੈਂਦੇ ਖਾਂ ਦਾ ਇੱਕ ਵੀ ਤੀਰ ਗੁਰੂ ਮਹਾਰਾਜ ਦੇ ਸਰੀਰ ਨੂੰ ਛੂਹ ਨਹੀਂ ਸਕਿਆ। ਫਿਰ ਮਹਾਰਾਜ ਕਹਿਣ ਲੱਗੇ ਹੁਣ ਅਸੀਂ ਦੱਸਦੇ ਹਾਂ ਤੀਰ ਕਿੱਦਾਂ ਚਲਾਈਦਾ। ਇੱਕੋ ਹੀ ਗੁਰੂ ਮਹਾਰਾਜ ਨੇ ਤੀਰ ਚਲਾਇਆ, ਐਸਾ ਬਾਣ ਚੱਲਿਆ ਪੈਂਦੇ ਦੇ ਸੀਨੇ 'ਚ ਜਾ ਕੇ, ਜਦੋਂ ਉਹ ਤੀਰ ਵੱਜਿਆ ਸਨਾਹ ਨੂੰ ਚੀਰਦਿਆਂ ਹੋਇਆ ਤੇ ਪੈਂਦੇ ਦੇ ਮੁਖ 'ਚੋਂ ਬੋਲ ਨਿਕਲੇ ਸਨ, ਹਾਏ ਮਾਂ। ਤੇ ਮਹਾਰਾਜ ਨੇ ਕਿਹਾ ਸੀ ਪੈਂਦਿਆ ਹੁਣ ਮਾਂ ਨੂੰ ਚੇਤੇ ਕਰਨ ਦਾ ਸਮਾਂ ਨਹੀਂ ਹੈ, ਹੁਣ ਅੱਲਾ ਨੂੰ ਚੇਤੇ ਕਰਨ ਦਾ ਸਮਾਂ, ਰੱਬ ਨੂੰ ਯਾਦ ਕਰ, ਅਖੀਰਲਾ ਸਮਾਂ ਹੈ। ਸੋ ਜੇ ਸਾਰੀ ਜ਼ਿੰਦਗੀ ਨਹੀਂ ਜਪਿਆ ਬੰਦਾ, ਅਖੀਰਲੇ ਸਮੇਂ ਹੀ ਜਪੇ। ਪਰ ਕਿੰਨੇ ਹੁੰਦੇ ਨੇ ਜਿਨ੍ਹਾਂ ਦਾ ਧਿਆਨ ਉਦੋਂ ਵੀ ਮਾਇਆ ਤੇ ਅਟਕਿਆ ਰਹਿੰਦਾ। ਬਜ਼ੁਰਗ ਪਿਆ ਮੰਜੇ ਤੇ, ਕਿੱਥੇ ਆ ਮੇਰਾ ਵੱਡਾ ਪੁੱਤ? ਘਰ ਵਾਲੀ ਕਹਿਣ ਲੱਗੀ ਸਰਾਣੇ ਹੀ ਖਲੋਤਾ, ਪੁੱਤ ਨੂੰ ਚੇਤੇ ਨਾ ਕਰੋ, ਰੱਬ ਨੂੰ ਚੇਤੇ ਕਰ ਲਵੋ, ਅਖੀਰਲਾ ਸਮਾਂ ਚੱਲ ਰਿਹਾ ਜੇ, ਪਤਾ ਨਹੀਂ 2-4 ਸਾਹ ਹੋਰ ਆਉਣੇ ਕਿ ਨਹੀਂ ਆਉਣੇ। ਚੁੱਪ ਕਰ ਗਿਆ। ਪਰ ਕਿੱਥੇ ਅੰਦਰ ਦੀ ਜਿਹੜੀ ਲੋਭ ਲਾਲਚ ਤੇ ਮਾਇਆ ਵਾਲੀ ਬਿਰਤੀ ਸੀ, ਉਹ ਚੁੱਪ ਕਿੱਥੇ ਕਰਨ ਦਿੰਦੀ ਹੈ। 2-4-5 ਸਕਿੰਟ ਚੁੱਪ ਰਿਹਾ। ਫਿਰ ਦੂਜੇ ਪੁੱਤ ਨੂੰ ਆਵਾਜ਼ ਮਾਰ ਕੇ ਕਹਿਣ ਲੱਗਾ ਮੇਰਾ ਦੂਜਾ ਪੁੱਤ ਕਿੱਥੇ ਹੈ? ਘਰ ਵਾਲੀ ਕਹਿਣ ਲੱਗੀ ਉਹ ਵੀ ਤੁਹਾਡੇ ਪੈਰਾਂ 'ਚ ਬੈਠਾ ਹੈ, ਤੁਹਾਨੂੰ ਕਿਹਾ ਰੱਬ ਨੂੰ ਚੇਤੇ ਕਰੋ, ਤੁਸੀਂ ਫੇਰ ਪੁੱਤਾਂ ਨੂੰ ਹੀ ਆਵਾਜ਼ਾਂ ਮਾਰੀ ਜਾਂਦੇ ਜੇ। ਚੁੱਪ ਕਰ ਗਿਆ। ਪਰ ਅੰਦਰ ਦੇ ਲਾਲਚ ਨੇ ਫੇਰ ਚੁੱਪ ਨਹੀਂ ਰਹਿਣ ਦਿੱਤਾ। 2-4 ਮਿੰਟ ਸਕਿੰਟ ਹੋਰ ਲੰਘੇ। ਇਹਨੇ ਤੀਜੇ ਪੁੱਤ ਨੂੰ ਆਵਾਜ਼ ਮਾਰੀ, ਕਹਿਣ ਲੱਗਾ ਉਹ ਕਿੱਥੇ ਹੈ? ਘਰ ਵਾਲੀ ਨੇ ਕਿਹਾ ਉਹ ਵੀ ਤੁਹਾਡੇ ਪੈਰਾਂ 'ਚ ਹੀ ਹੈ। ਇਦੋਂ ਪਹਿਲਾਂ ਘਰ ਵਾਲੀ ਅਗਲੇ ਬੋਲ ਬੋਲਦੀ, ਇਹ ਖਿੱਝ ਕੇ ਕਹਿਣ ਲੱਗਾ ਕੰਬਖਤੋ ਤਿੰਨੇ ਹੀ ਇੱਥੇ ਬੈਠੇ ਹੋ, ਦੁਕਾਨ ਬੰਦ ਹੈ, ਦੁਕਾਨ ਬੰਦ ਕਰਕੇ ਆਏ ਜੀ। ਹੁਣ ਵੇਖੋ ਮੰਜੇ ਤੇ ਪਿਆ, ਪਤਾ ਨਹੀਂ 2 ਸਾਹ ਹੋਰ ਆਉਣੇ ਕਿ ਨਹੀਂ ਆਉਣੇ। ਧਿਆਨ ਫਿਰ ਮਾਇਆ 'ਚ, ਕਾਰੋਬਾਰ ਤੇ ਧਨ ਦੌਲਤ ਦੇ ਵਿੱਚ ਹੀ ਅਟਕਿਆ ਪਿਆ ਹੈ। ਇਹ ਕੀ ਹੈ ਬਿਰਤੀ?
ਜਿਹੜੀ ਪਕੜ ਛੱਡਣੀ ਸੀ ਉਹ ਪਕੜ ਅਖੀਰ ਤੱਕ ਬੰਦਾ ਛੱਡ ਨਹੀਂ ਸਕਦਾ ਹੈ। ਇੱਥੋਂ ਤੱਕ ਗੁਰੂ ਬਾਣੀ 'ਚ ਕਹਿੰਦੇ, ਜੈਸੇ ਆਪਣੇ ਧਨੈ ਪ੍ਰਾਣੀ ਮਰਨ ਮਾਂਡੈ। ਆਪਣੇ ਧਨ ਦੀ ਖਾਤਰ ਬੰਦਾ ਮਰਨ ਮਾਰਨ ਤੇ ਉਤਰ ਆਉਂਦਾ। ਕਿੰਨੀਆਂ ਲੜਾਈਆਂ ਜਾਇਦਾਦਾਂ ਕਰਕੇ, ਧਨ ਕਰਕੇ ਹੁੰਦੀਆਂ ਨੇ, ਲੋਕ ਧਨ ਦੀ ਖਾਤਰ ਮੁੱਕ ਜਾਂਦੇ। ਅਖੀਰ ਤੱਕ ਮਾਇਆ ਦੀ ਬਿਰਤੀ ਮਨ 'ਚੋਂ ਨਹੀਂ ਮੁੱਕਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਹੰਸ ਉੱਡਿਓ ਤਨ ਗਾਡਿਓ ਸੋ ਜਾਈ ਸੈਨਾ। ਹੰਸ ਆਤਮਾ ਦਾ ਸਰੀਰ 'ਚੋਂ ਉਡਾਰੀ ਮਾਰਨ ਦਾ ਸਮਾਂ ਆ ਗਿਆ। ਸਰੀਰ ਢਹਿ ਢੇਰੀ ਹੋ ਰਿਹਾ ਹੈ, ਪਰ ਅਜੇ ਵੀ ਮਾਇਆ ਦੀਆਂ ਸੈਨਤਾਂ ਮਾਰ ਕੇ ਮਾਇਆ ਵਾਲੇ ਪਾਸੇ ਨੇ ਧਿਆਨ ਅਟਕਾਇਆ ਪਿਆ। ਅਜੋਂ ਜੀਓ ਨਾ ਛੋੜਈ ਰੰਕਾਈ ਨੈ ਨਾ। ਕਹਿੰਦੇ ਅਜੇ ਵੀ ਇਹ ਜੀਵ ਜਿਹੜੀ ਪਕੜ ਨੂੰ ਛੱਡਣਾ ਸੀ ਉਹ ਨਹੀਂ ਛੱਡ ਰਿਹਾ। ਐਸੀ ਇਹ ਅੱਖਾਂ ਦੀ ਕੰਗਾਲਤਾ ਹੈ। ਅਖੀਰ ਤੇ ਵੀ ਇਹ ਮਾਇਆ ਪਦਾਰਥਾਂ ਵਾਲੇ ਪਾਸੇ ਉਲਝਿਆ ਅਟਕਿਆ ਪਿਆ ਹੈ। ਇਹ ਬਿਰਤੀ ਹੈ ਜੀਵ ਦੀ। ਗੁਰੂ ਕਹਿੰਦੇ ਇਸ ਬਿਰਤੀ ਤੋਂ ਉੱਪਰ ਉੱਠਣਾ ਹੈ, ਨਹੀਂ ਤੇ ਫਿਰ ਪਛਤਾਵੇਂਗਾ। ਮੂੜਿਆ ਤੂੰ ਕਵਨ ਕੁਮਤ ਭ੍ਰਮ ਲਾਗਾ। ਚੇਤ ਰਾਮ ਨਹੀਂ ਜਮਪੁਰ ਜਾਹੇਗਾ ਜਨ ਵਿਚਰੈ ਅਨੁਰਾਧਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕ ਕਿੰਨੀ ਵਾਰ ਆਪਾਂ ਪੜ੍ਹੇ ਨੇ, ਸੁਣੇ ਹਨ। ਅਖੰਡ ਪਾਠ ਸਾਹਿਬ, ਸਹਿਜ ਪਾਠ ਸਾਹਿਬ ਦੀ ਸੰਪੂਰਨਤਾ 'ਤੇ ਸਭ ਤੋਂ ਪਹਿਲਾ ਸਲੋਕ ਮਹਾਰਾਜ ਦਾ ਕਹਿੰਦੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਕਉ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨ। ਵਿਖਿਆਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਕਹਿੰਦੇ ਕਿਉਂ ਵਿਸ਼ਿਆਂ ਵਿਕਾਰਾਂ 'ਚ ਤੂੰ ਇੰਨਾ ਰਚਿਆ ਤੇ ਖਚਿਆ ਪਿਆ ਹੈ। ਇਹਨਾਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਤੂੰ ਫਸਿਆ ਹੈ। ਇੱਕ ਨਿਮਖ, ਇੱਕ ਖਿੰਨ ਦੇ ਲਈ ਵੀ ਉਧਰੋਂ ਤੂੰ ਆਪਣੇ ਆਪ ਨੂੰ ਬਾਹਰ ਕੋਈ ਨਹੀਂ ਕੱਢਦਾ ਹੈ। ਤੇ ਜੇ ਬਿਰਤੀ ਇੱਦਾਂ ਬਣੀ ਰਹੀ, ਫਿਰ ਮਹਾਰਾਜ ਕਹਿੰਦੇ ਤੈਨੂੰ ਡੁੱਬਣ ਤੋਂ ਕੋਈ ਬਚਾ ਨਹੀਂ ਹੋ ਸਕਦਾ, ਕਿਉਂਕਿ ਤੂੰ ਕੰਮ ਹੀ ਡੁੱਬਣ ਵਾਲੇ ਕਰ ਰਿਹਾ ਹੈ। ਕਿੱਦਾਂ ਦਾ ਜੀਵਨ ਬਣਾਉਣਾ, ਉਹ ਅਗਲੇ ਸਲੋਕ 'ਚ ਕਬੀਰ ਸਾਹਿਬ ਅਗਵਾਈ ਦਿੰਦੇ ਹਨ। ਕਬੀਰ ਨੈਣ ਨਿਹਾਰੂ ਤੁਝ ਕੋ ਸ਼ਰਵਣ ਸੁਣੂ ਤੋ ਨਾਉ। ਇਹਨਾਂ ਅੱਖਾਂ ਦੇ ਨਾਲ ਗੁਰੂ ਦੇ, ਵਾਹਿਗੁਰੂ ਦੇ ਦਰਸ਼ਨ ਕਰਨੇ ਨੇ, ਕੰਨਾਂ ਦੇ ਨਾਲ ਮਾਲਕ ਦਾ ਨਾਮ ਸੁਣਨਾ ਹੈ। ਫਿਰ ਅੱਖਾਂ ਵੀ ਸਫਲ ਨੇ, ਫਿਰ ਕੰਨ ਵੀ ਸਫਲ ਹਨ। ਇਹ ਵੇਖੋ, ਇੱਕ ਹੈ ਸਾਡਾ ਮਨ, ਇੱਕ ਹੈ ਤਨ ਤੇ ਸਾਡੇ ਗਿਆਨ ਇੰਦਰੀ। ਮਨ ਵੀ ਜੋੜਨਾ ਹੈ, ਆਪਣੇ ਗਿਆਨ ਤੇ ਕਰਮ ਇੰਦਰੀਆਂ ਨੂੰ ਵੀ ਜੋੜਨਾ ਹੈ। ਮਨ ਵੀ ਮਾਲਕ ਦੇ ਨਾਮ ਗੁਰੂ ਕੇ ਸ਼ਬਦ 'ਚ ਜੁੜਿਆ ਹੋਵੇ। ਅੱਖਾਂ ਗੁਰੂ ਕੇ ਦਰਸ਼ਨ ਕਰਨ, ਕੰਨ ਗੁਰੂ ਕੀ ਬਾਣੀ ਸੁਣੇ, ਜ਼ੁਬਾਨ ਮਾਲਕ ਦੀ ਵਡਿਆਈ ਕਰੇ, ਫਿਰ ਸਮਝੋ ਸਾਡੇ ਇੰਦਰੀ ਸਫਲ ਹਨ। ਇੱਕ ਜਗ੍ਹਾ ਭਾਈ ਗੁਰਦਾਸ ਸਾਹਿਬ ਦਾ ਬੜਾ ਪਿਆਰਾ ਬਚਨ ਹੈ। ਕਹਿੰਦੇ ਜੀਵਨ ਬੜਾ ਕੀਮਤੀ ਹੈ, ਪਰ ਸਫਲ ਹੈ ਗੁਰੂ ਦੀ ਸ਼ਰਨ ਦੇ ਵਿੱਚ ਜੁੜ ਕੇ। ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਜੀਵਨ ਬੜਾ ਕੀਮਤੀ ਪਰ ਸਫਲ ਨਹੀਂ। ਸਫਲ ਉਦੋਂ ਜਦੋਂ ਆਪਾਂ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਜੁੜਾਂਗੇ। ਲੋਚਨ ਅਮੋਲ ਗੁਰ ਦਰਸ ਅਮੋਲ ਦੇਖੇ, ਸ਼ਰਵਣ ਅਮੋਲ ਗੁਰ ਮੰਤਰ ਧਰਨ ਕੈ। ਅੱਖਾਂ ਬੜੀਆਂ ਕੀਮਤੀ ਨੇ, ਪਰ ਸਫਲ ਅੱਖਾਂ, ਨੇਤਰ ਸਫਲ ਉਦੋਂ ਨੇ ਜਦੋਂ ਇਹਨਾਂ ਨੇਤਰਾਂ ਦੇ ਨਾਲ ਆਪਾਂ ਗੁਰੂ ਦੇ ਦੀਦਾਰ ਕਰਾਂਗੇ। ਕੰਨ ਬੜੇ ਕੀਮਤੀ ਹਨ, ਪਰ ਸਫਲ ਸ਼ਰਵਣ ਉਹ ਹਨ ਜਿਨ੍ਹਾਂ ਕੰਨਾਂ ਦੇ ਨਾਲ ਗੁਰੂ ਕੀ ਬਾਣੀ, ਗੁਰੂ ਦਾ ਸ਼ਬਦ, ਵਾਹਿਗੁਰੂ ਦਾ ਨਾਮ ਸੁਣਿਆ ਜਾਏ। ਨਾਸਕਾ ਅਮੋਲ ਚਰਨਾਰ ਬਿੰਦ ਵਾਸ਼ਨਾ ਕੇ ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ। ਉਹ ਕਹਿੰਦੇ ਇਹ ਨੱਕ ਤਾਂ ਸਫਲ ਜੇ ਗੁਰੂ ਦੇ ਚਰਨ ਧੂੜ ਦੀ ਸੁਗੰਧੀ ਲੈਂਦੇ ਹਾਂ, ਤੇ ਜ਼ੁਬਾਨ ਸਾਡੀ ਤਾਂ ਸਫਲ ਜੇ ਇਹਦੇ ਨਾਲ ਮਾਲਕ ਦਾ ਨਾਮ ਧਿਆਉਂਦੇ, ਮਾਲਕ ਦਾ ਨਾਮ ਜਪ। ਹਸਤ ਅਮੋਲ ਗੁਰਦੇਵ ਸੇਵਕੈ ਸਫਲ, ਚਰਨ ਅਮੋਲ ਪ੍ਰਦਖਣਾ ਕਰਨ ਕੇ। ਹੱਥ ਕਦੋਂ ਸਫਲ ਹਨ? ਕੀਮਤੀ ਬੜੇ ਨੇ ਹੱਥ, ਪਰ ਸਫਲ ਹੱਥ ਉਹ ਨੇ ਜਿਹੜੇ ਹੱਥ ਸੇਵਾ 'ਚ ਲੱਗੇ ਹੋਏ ਹਨ। ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਜਿਹਨੇ ਕਦੇ ਸੇਵਾ ਨਹੀਂ ਸੀ ਕੀਤੀ, ਕੋਈ ਕਿਰਤ ਨਹੀਂ ਕੀਤੀ, ਉਹ ਜਦੋਂ ਗੁਰੂ ਦਸਮ ਪਾਤਸ਼ਾਹ ਜੀ ਨੂੰ ਪਾਣੀ ਦੇਣ ਲੱਗਾ, ਮਹਾਰਾਜ ਨੇ ਵੇਖਿਆ ਇਹਦੇ ਹੱਥ ਬੜੇ ਕੋਮਲ, ਪੁੱਛਿਆ ਕਦੇ ਸੇਵਾ ਨਹੀਂ ਕੀਤੀ, ਕਦੇ ਕਿਰਤ ਨਹੀਂ ਕੀਤੀ। ਉਹਨੇ ਇਨਕਾਰ ਕਰ ਦਿੱਤਾ। ਤੇ ਮਹਾਰਾਜ ਕਹਿਣ ਲੱਗੇ
कि फिर असी भी तेरे हत्थों पानी नहीं पीवांगे। जिन्हां हत्थां ने कदे सेवा नहीं कीती, कोई किरत नहीं कीती, उन्हां हत्थां दा खाना फिटकारयोग है, नहीं प्रवान। बिन सेवा त्रिग हथ पैर होर निहफल करनी। भाई गुरदास जी कहते हत्थ बड़े कीमती ने, पर सफल हत्थ उदों जदों इन्हां हत्थां दे नाल सेवा कीती जाए। पैर बड़े कीमती, पर वो पैर सफल पैर नहीं हैं जिहड़े माड़ी संगत वाले पासे जाते हैं, पब्बां क्लब्बां सिनेमिਆਂ 'ਚ जाते। ਉਹ ਪੈਰ ਸਫਲ ਜਿਨ੍ਹਾਂ ਪੈਰਾਂ ਦੇ ਨਾਲ ਆਪਾਂ ਚੱਲ ਕੇ ਗੁਰੂ ਕੀ ਸੰਗਤ 'ਚ ਆਉਂਦੇ ਹਾਂ, ਜਿਨ੍ਹਾਂ ਪੈਰਾਂ ਦੇ ਨਾਲ ਅਸੀਂ ਗੁਰੂ ਦੀ ਪਰਿਕਰਮਾ ਕਰਦੇ, ਉਹ ਸਫਲ ਪੈਰ ਹਨ। ਹਸਤ ਭਾਈ ਗੁਰਦਾਸ ਸਾਹਿਬ ਕਹਿੰਦੇ ਹਸਤ ਅਮੋਲ ਗੁਰਦੇਵ ਸੇਵਕੈ ਸਫਲ, ਚਰਨ ਅਮੋਲ ਪ੍ਰਦਖਣਾ ਕਰਨ। ਇੱਦਾਂ ਫਿਰ ਇਹ ਸਾਡੇ ਗਿਆਨ ਇੰਦਰੇ ਕਰਮ ਇੰਦਰੇ ਸਫਲ ਉਦੋਂ ਹਨ ਜਦੋਂ ਇਹਨਾਂ ਨੂੰ ਆਪਾਂ ਗੁਰੂ ਨਾਲ ਜੋੜਿਆ ਹੈ। ਕਬੀਰ ਸਾਹਿਬ ਕਹਿੰਦੇ ਨੈਣ ਨਿਹਾਰੋਂ ਤੁਝ ਕੋ ਹੈ ਮੇਰੇ ਮਾਲਕ ਜੀ, ਰਹਿਮਤ ਵਰਤਾਵੋ, ਮੈਂ ਇਹਨਾਂ ਅੱਖਾਂ ਦੇ ਨਾਲ ਹਮੇਸ਼ਾ ਤੁਹਾਡੇ ਦੀਦਾਰ ਕਰਾਂ, ਦਰਸ਼ਨ ਕਰਾਂ। ਸ਼ਰਵਣ ਸੁਣੂ ਤਉ ਨਾਉ, ਇਹਨਾਂ ਕੰਨਾਂ ਦੇ ਨਾਲ ਮੈਂ ਹਮੇਸ਼ਾ ਤੁਹਾਡੇ ਨਾਮ ਨੂੰ, ਤੁਹਾਡੀ ਇਬਾਦਤ ਨੂੰ ਸੁਣਾ। ਬੈਨ ਉਚਰੋਂ ਤੋਂ ਨਾਮ ਜੀ, ਚਰਨ ਕਮਲ ਰਿੱਧ ਠਾਉ, ਤੇ ਜ਼ੁਬਾਨ ਦੇ ਨਾਲ ਹਮੇਸ਼ਾ ਮੈਂ ਤੁਹਾਡੀ ਵਡਿਆਈ ਦੇ ਬੋਲ ਬੋਲਾਂ, ਤੇ ਤੁਹਾਡੇ ਕਮਲ ਵਰਗੇ ਜਿਹੜੇ ਚਰਨ ਹਨ ਉਹ ਉਹਨਾਂ ਦਾ ਵਾਸਾ ਨਿਵਾਸਾ ਸਾਡੇ ਹਿਰਦੇ 'ਚ ਹੋ ਜਾਏ। ਫਿਰ ਅਸੀਂ ਸਮਝਾਂਗੇ ਸਾਡਾ ਹਿਰਦਾ ਵੀ ਸਫਲ, ਸਾਡੀ ਜ਼ੁਬਾਨ ਵੀ ਸਫਲ, ਸਾਡੇ ਕੰਨ ਵੀ ਸਫਲ, ਸਾਡੀਆਂ ਅੱਖਾਂ ਵੀ ਸਫਲ। ਇਦੋਂ ਅਗਲੇ ਸ਼ਲੋਕ 'ਚ ਕਬੀਰ ਸਾਹਿਬ ਫਰਮਾਨ ਕਰਦੇ, ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ। ਹੁਣ ਇੱਕ ਸਨਾਤਨਵਾਦੀ ਪੁਰਾਤਨਵਾਦੀ ਸੋਚ ਕੀ ਹੈ? ਹਿੰਦੂ ਮਤੀ ਸੋਚ, ਗੁਰਮਤ ਸੋਚ ਨਹੀਂ। ਉਹ ਸੋਚ ਮੁਤਾਬਕ ਲੋਕ ਸਵਰਗਾਂ ਦੀ ਇੱਛਾ ਰੱਖਦੇ ਨੇ ਤੇ ਨਰਕਾਂ ਤੋਂ ਬਚਣਾ ਚਾਹੁੰਦੇ ਹਨ। ਇੱਥੇ ਕਬੀਰ ਸਾਹਿਬ ਕਹਿੰਦੇ ਗੁਰੂ ਨੇ ਬੜੀ ਕਿਰਪਾ ਕੀਤੀ, ਅਸੀਂ ਸਵਰਗਾਂ ਤੋਂ ਵੀ ਬਚ ਗਏ ਤੇ ਅਸੀਂ ਨਰਕਾਂ ਤੋਂ ਵੀ ਬਚ ਗਏ। ਇੱਕ ਜਗ੍ਹਾ ਹੋਰ ਕਬੀਰ ਜੀ ਦਾ ਬਚਨ ਹੈ, ਕਹਿੰਦੇ ਸੁਰਗ ਬਾਛ ਨਾ ਬਾਛੀ ਹੈ, ਡਰੀਏ ਨਾ ਨਰਕ ਨਿਵਾਸ। ਨਾ ਤੇ ਸਵਰਗ ਮੰਗਣੇ ਚਾਹੀਦੇ, ਸਵਰਗਾਂ ਦੀ ਲਾਲਸਾ ਇੱਛਾ ਰੱਖਣੀ ਚਾਹੀਦੀ ਹੈ, ਨਾ ਨਰਕਾਂ ਦਾ ਡਰ ਰੱਖਣਾ ਚਾਹੀਦਾ ਹੈ। ਸੁਰਗ ਬਾਛ ਨਾ ਬਾਛੀਐ, ਡਰੀਐ ਨਾ ਨਰਕ ਨਿਵਾਸ। ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੈ ਆਸ। ਉਸ ਚੀਜ਼ ਨੂੰ ਪ੍ਰਵਾਨ ਕਰੋ, ਜੋ ਹੋਣਾ ਉਹ ਹੋ ਕੇ ਰਹੇਗਾ। ਮਨ 'ਚ ਕਹਿੰਦੇ ਝੂਠੀਆਂ ਆਸਾਂ ਬਣਾਉਣ ਦੀ ਲੋੜ ਨਹੀਂ ਹੈ। ਫਿਰ ਕੀ ਕਰਨਾ ਹੈ? ਰਮਈਆ ਗੁਣ ਗਾਈਐ ਜਾਤੇ ਪਾਈਐ ਪਰਮ ਨਿਧਾਨ। ਗੁਰਮਤਿ ਨੇ ਸਵਰਗ ਨਰਕ ਤੋਂ ਅੱਗੇ ਦੀ ਪਰਮ ਪਦਵੀ ਦੀ ਅਵਸਥਾ ਦੀ ਗੱਲ ਕੀਤੀ ਹੈ, ਪਰਮ ਪਦ ਦੀ ਅਵਸਥਾ ਦੀ ਗੱਲ ਕੀਤੀ। ਦਸਮ ਦੁਆਰਾ ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ, ਉਪਰ ਹਾਟ ਹਾਟ ਪਰ ਆਲਾ, ਆਲੇ ਭੀਤਰ ਥਾਟੀ। ਕਬੀਰ ਸਾਹਿਬ ਕਹਿੰਦੇ ਨਹੀਂ ਚਾਹੀਦਾ ਸਵਰਗ ਤੇ ਨਾ ਹੀ ਕਿਸੇ ਨਰਕ ਦਾ ਡਰ ਹੈ। ਗੁਰੂ ਨੇ ਬੜੀ ਕਿਰਪਾ ਕੀਤੀ, ਸਾਨੂੰ ਸਵਰਗ ਤੋਂ ਵੀ ਬਚਾ ਲਿਆ, ਸਾਨੂੰ ਨਰਕ ਤੋਂ ਵੀ ਬਚਾ ਲਿਆ। ਕਿਉਂਕਿ ਗੁਰੂ ਕੇ ਸਿੱਖ ਦੇ ਲਈ ਗੁਰੂ ਦੇ ਚਰਨ ਤੋਂ ਉੱਤਮ ਕੋਈ ਸਵਰਗ ਨਹੀਂ ਹੈ। ਵਾਹਿਗੁਰੂ ਦੇ ਭਗਤ ਦੇ ਲਈ ਵਾਹਿਗੁਰੂ ਦੀ ਇਬਾਦਤ ਬੰਦਗੀ ਤੋਂ ਉੱਤਮ ਕੋਈ ਸਵਰਗ ਨਹੀਂ ਹੈ। ਉਹ ਕਹਿੰਦਾ ਜੇ ਮੈਂ ਬੰਦਗੀ ਦੇ ਨਾਲ ਜੁੜਿਆ ਹਾਂ ਤੇ ਸਮਝੋ ਸਵਰਗ ਭੋਗਦਾ ਪਿਆ ਹਾਂ, ਤੇ ਜੇ ਰੱਬ ਦੀ ਬੰਦਗੀ ਤੋਂ ਟੁੱਟ ਗਿਆ ਤੇ ਜ਼ਿੰਦਗੀ ਨਰਕ ਹੈ, ਜ਼ਿੰਦਗੀ ਨਰਕ ਹੈ। ਅਸਲ ਦੇ ਵਿੱਚ ਨਰਕ ਸਵਰਗ ਤੇ ਸੰਸਾਰ ਦੇ ਵਿੱਚ ਹੀ ਹਨ। ਇੱਥੇ ਹੀ ਲੋਕ ਸਵਰਗ ਵੀ ਭੋਗਦੇ ਨੇ, ਨਰਕ ਵੀ ਭੋਗਦੇ ਨੇ। ਇਦੋਂ ਅੱਗੇ ਵਾਲੇ ਸਵਰਗ ਨਰਕ ਦੀ ਗੱਲ ਹੀ ਗੁਰੂ ਨੇ ਬਾਣੀ 'ਚ ਨਹੀਂ ਕੀਤੀ ਹੈ। ਮਹਾਰਾਜ ਕਹਿੰਦੇ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ। ਕਬੀਰ ਸਾਹਿਬ ਕਹਿੰਦੇ ਅਸੀਂ ਤੇ ਆਪਣੇ ਗੁਰੂ ਦੇ ਕਮਲ ਵਰਗੇ ਚਰਨਾਂ ਦੀ ਮੌਜ ਦੇ ਵਿੱਚ ਸਾਰੀ ਜ਼ਿੰਦਗੀ ਟਿਕੇ ਹੋਏ ਹਾਂ, ਆਦ ਤੋਂ ਲੈ ਕੇ ਅੰਤ ਤੱਕ। ਕੋਈ ਸਵਰਗ ਕੋਈ ਨਰਕ ਦਾ ਭੈ ਨਹੀਂ ਹੈ, ਨਾ ਕੋਈ ਸਵਰਗ ਦਾ ਲਾਲਚ ਹੈ। ਭਾਈ ਤਿਲਕਾ ਜੀ ਨੂੰ ਜਦੋਂ ਗੜ੍ਹ ਸ਼ੰਕਰ ਦੇ ਸਿੱਖ ਜੋਗੀ ਕਹਿਣ ਲੱਗਾ ਮੇਰੇ ਦਰਸ਼ਨ ਕਰ ਲੈ, 1 ਸਾਲ ਦੇ ਲਈ ਸਵਰਗ ਮਿਲ ਜਾਏਗਾ, ਦਰਵਾਜ਼ੇ 'ਤੇ ਆ ਗਿਆ। ਪਰ ਗੁਰੂ ਕਾ ਸਿੱਖ ਕਹਿਣ ਲੱਗਾ ਨਹੀਂ, ਮੈਂ ਤੇਰੇ ਵਰਗੇ ਪਖੰਡੀ ਦਾ ਮੂੰਹ ਨਹੀਂ ਵੇਖਣਾ ਜਿਹੜਾ ਸਵਰਗਾਂ ਤੇ ਨਰਕਾਂ ਦੇ ਝੂਠੇ ਲਾਲਚ ਤੇ ਡਰਾਵੇ ਦੇ ਕੇ ਦੂਜਿਆਂ ਨੂੰ ਲੁੱਟ ਰਿਹਾ ਹੈ। ਮੇਰੇ ਲਈ ਮੇਰੇ ਗੁਰੂ ਦੇ ਚਰਨ ਹੀ ਸਵਰਗ ਹਨ, ਉਦੋਂ ਉੱਤੇ ਕੁਝ ਨਹੀਂ ਹੈ। ਮੇਰਾ ਗੁਰੂ
ਹੀ ਮੇਰੇ ਲਈ ਪਰਮੇਸ਼ਰ ਹੈ, ਉਦੋਂ ਉੱਪਰ ਮੇਰੇ ਲਈ ਕੁਝ ਨਹੀਂ ਹੈ। ਸਿੱਖ ਦਾ ਭਰੋਸਾ ਗੁਰੂ ਦੇ ਚਰਨਾਂ 'ਤੇ। ਸੋ ਕਬੀਰ ਸਾਹਿਬ ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਸਾਨੂੰ ਆਪਣੇ ਚਰਨਾਂ ਦੀ ਦਾਤ ਬਖਸ਼ੀ, ਚਰਨਾਂ 'ਚ ਥਾਂ ਦਿੱਤੀ, ਸਾਡੇ ਲਈ ਉਹੀ ਸਾਰਾ ਕੁਝ ਹੈ। ਅਤੇ ਗੁਰੂ ਦੀ ਕਿਰਪਾ ਸਦਕਾ ਅਸੀਂ ਸਵਰਗ ਤੋਂ ਵੀ ਬਚ ਗਏ ਜੇ ਅਤੇ ਅਸੀਂ ਨਰਕ ਤੋਂ ਵੀ ਬਚ ਗਏ ਜੇ। ਹੁਣ ਜਦੋਂ ਕਬੀਰ ਸਾਹਿਬ ਇਹ ਕਹਿੰਦੇ ਹਨ ਕਿ ਮੈਂ ਰਹਿੰਦਾ ਹਾਂ ਗੁਰੂ ਆਪਣੇ ਦੇ ਚਰਨਾਂ ਕਮਲਾਂ ਦੀ ਮੌਜ 'ਚ, ਚਰਨਾਂ 'ਚ, ਅਤੇ ਫਿਰ ਲੋਕ ਕਬੀਰ ਸਾਹਿਬ ਨੂੰ ਪੁੱਛਦੇ ਨੇ ਕਿ ਗੁਰੂ ਦੇ ਚਰਨਾਂ ਦੇ ਵਿੱਚ ਕਿੰਨਾ ਕੁ ਆਨੰਦ ਹੈ, ਗੁਰੂ ਦੇ ਚਰਨਾਂ ਦੇ ਵਿੱਚ ਜੁੜਿਆਂ ਕੀ ਮਿਲਦਾ ਹੈ, ਕਿੰਨਾ ਕੁ ਸੁੱਖ ਮਿਲਦਾ ਹੈ। ਅਤੇ ਅੱਗੋਂ ਕਬੀਰ ਸਾਹਿਬ ਫਿਰ ਉਹਦਾ ਉੱਤਰ ਦਿੰਦੇ ਨੇ ਕਿ ਗੁਰੂ ਦੇ ਚਰਨਾਂ ਦੀ ਮੌਜ ਦਾ ਕੀ ਆਨੰਦ ਹੈ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ। ਕਬੀਰ ਸਾਹਿਬ ਕਹਿੰਦੇ ਹੁਣ ਮੈਂ ਉਹਦਾ ਕੀ ਅਨੁਮਾਨ, ਕੀ ਅੰਦਾਜ਼ਾ ਲਗਾ ਕੇ ਦੱਸਾਂ। ਕੁਝ ਚੀਜ਼ਾਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਮਾਣਿਆ ਤੇ ਜਾ ਸਕਦਾ ਹੈ ਪਰ ਬਿਆਨਿਆ ਨਹੀਂ ਜਾ ਸਕਦਾ ਹੈ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਕਬੀਰ ਸਾਹਿਬ ਕਹਿੰਦੇ ਬੰਦਾ ਹੈ ਗੂੰਗਾ, ਬੋਲ ਨਹੀਂ ਸਕਦਾ, ਮਠਿਆਈ ਮਿੱਠਾ ਗੁੜ ਆਦਿਕ ਉਹਨੇ ਖਾਧਾ। ਹੁਣ ਉਹਨੂੰ ਪੁੱਛੀਏ ਕਿ ਤੂੰ ਦੱਸ ਇਹਦਾ ਸਵਾਦ ਕਿੱਦਾਂ ਦਾ, ਅਤੇ ਉਹ ਕੀ ਸਵਾਦ ਦੱਸੇਗਾ। ਜਿਹਦੇ ਕੋਲ ਬੋਲਣ ਦੀ ਜ਼ੁਬਾਨ ਨਹੀਂ ਹੈ ਉਹਨੇ ਕੀ ਬੋਲ ਕੇ ਦੱਸਣਾ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਨੇ ਉਹ ਰਸ ਆਨੰਦ ਨੂੰ ਮਾਣ ਲਿਆ, ਉਹ ਅਸਲ ਦੇ ਵਿੱਚ ਉਹਨਾਂ ਅੰਦਰ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਉਹ ਉਸ ਚੀਜ਼ ਨੂੰ ਬਿਆਨ ਕਰਕੇ ਦੱਸ ਸਕਣ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਪਜੀ ਸਾਹਿਬ 'ਚ ਜਿੱਥੇ 5 ਖੰਡਾਂ ਦੀ ਗੱਲ ਕਰਦੇ ਨੇ, ਅਖੀਰ 'ਚ ਜਾ ਕੇ ਹਜ਼ੂਰ ਕਹਿੰਦੇ ਨਾਨਕ ਕਥਨਾ ਕਰੜਾ ਸਾਰ। ਸੱਚਖੰਡੀ ਅਵਸਥਾ 'ਚ ਜੀਵ ਆਤਮਾ ਪਹੁੰਚ ਗਈ, ਉਹ ਨਾਨਕ ਨਦਰੀ ਨਦਰ ਨਿਹਾਲ ਤੱਕ ਸੁਰਤ ਪਹੁੰਚ ਗਈ। ਹੁਣ ਕੋਈ ਪੁੱਛੇ ਉਹ ਅਵਸਥਾ ਕਿੱਦਾਂ ਦੀ ਅਵਸਥਾ ਹੈ, ਉਹਨੂੰ ਮਾਣਿਆ ਤੇ ਜਾ। ਗੁਰੂ ਨਾਨਕ ਜੀ ਦੀ ਸ਼ਰਨ ਦਾ ਪਰਮ ਰਸ ਭਾਈ ਲੈਣੇ ਨੇ ਮਾਣ ਤਾਂ ਲਿਆ, ਪਰ ਹੁਣ ਕੋਈ ਕਵੇ ਤੇ ਬਿਆਨ ਕੇ ਨਹੀਂ ਦੱਸਿਆ ਜਾ ਸਕਦਾ ਉਹ ਪਰਮ ਰਸ ਪਰਮ ਆਨੰਦ ਕੀ ਸੀ। ਵੇਖੋ ਉਹ ਪਰਮ ਆਨੰਦ ਦੇ ਵਿੱਚ ਜਿਨ੍ਹਾਂ ਦੀ ਸੁਰਤ ਪਹੁੰਚੀ ਸੀ ਉਹਨਾਂ ਨੂੰ ਆਰੇ ਦੇ ਦੰਦਿਆਂ ਦੀ ਪੀੜ ਮਹਿਸੂਸ ਨਹੀਂ ਹੋਈ। ਇਹ ਆ ਸੁਰਤ ਦਾ ਸਰੀਰ ਤੋਂ ਵੀ ਉੱਪਰ ਉੱਠ ਜਾਣਾ। ਜੇ ਸੁਰਤ ਸਰੀਰ 'ਤੇ ਅਟਕੀ ਹੈ, ਸਰੀਰ ਦਾ ਦੁੱਖ ਮਹਿਸੂਸ ਹੋਵੇਗਾ, ਸਰੀਰ ਦਾ ਸੁੱਖ ਮਹਿਸੂਸ ਹੋਵੇਗਾ। ਦੁੱਖ ਵੀ ਪ੍ਰਭਾਵਿਤ ਕਰੇਗਾ, ਸੁੱਖ ਵੀ ਪ੍ਰਭਾਵਿਤ ਕਰੇਗਾ। ਜੇ ਸੁਰਤ ਸਰੀਰ 'ਤੇ ਅਟਕੀ ਹੈ, ਜਿਹਨੂੰ ਮਿੱਟੀ ਦਿਸਦੀ ਹੈ ਉਹਨੂੰ ਸੋਨਾ ਵੀ ਦਿਸੇਗਾ, ਅਤੇ ਜਿਹਨੇ ਸੋਨੇ ਅਤੇ ਮਿੱਟੀ ਨੂੰ ਬਰਾਬਰ ਸਮਝ ਲਿਆ ਫਿਰ ਉਹਦੀ ਤਾਂ ਅਵਸਥਾ ਹੀ ਵੱਖਰੀ। ਜਿਵੇਂ ਉਹ ਕਹਿੰਦੇ 2 ਫਕੀਰ ਜਾ ਰਹੇ ਸਨ, ਇੱਕ ਅੱਗੇ ਦੂਜਾ ਪਿੱਛੇ, ਅਤੇ ਦੋਵੇਂ ਬੰਦਗੀ ਭਗਤੀ ਵਾਲੇ ਸਨ। ਜਿਹੜਾ ਅੱਗੇ ਜਾਂਦਾ ਪਿਆ ਸੀ ਉਹਨੇ ਕੀ ਵੇਖਿਆ, ਰਸਤੇ ਦੇ ਵਿੱਚ ਕੁਝ ਸੋਨੇ ਦੀਆਂ ਮੋਹਰਾਂ ਪਈਆਂ ਨੇ। ਸੋਚਿਆ ਪਿੱਛੇ ਵਾਲਾ ਜਿਹੜਾ ਆਉਂਦਾ ਕਿਧਰੇ ਸੋਨਾ ਵੇਖ ਕੇ ਉਹਦੀ ਬਿਰਤੀ ਡੋਲ ਨਾ ਜਾਏ, ਮੈਂ ਸੋਨੇ ਨੂੰ ਮਿੱਟੀ ਦੇ ਨਾਲ ਢੱਕ ਦਿੰਦਾ, ਉਹਨੂੰ ਦਿਸੇਗਾ ਹੀ ਨਹੀਂ ਤੇ ਡੋਲੇਗਾ ਕਿੱਦਾਂ। ਹੁਣ ਉਹਨੇ ਉਹ ਸੋਨੇ ਦੇ ਉੱਪਰ ਜਦੋਂ ਮਿੱਟੀ ਪਾਉਣ ਦੇ ਲਈ ਕੁਝ ਕੋਸ਼ਿਸ਼ ਕੀਤੀ, ਇੰਨੀ ਦੇਰ ਨੂੰ ਦੂਜਾ ਵੀ ਉੱਥੇ ਪਹੁੰਚ ਗਿਆ। ਉਹ ਜਿਹੜਾ ਦੂਜਾ ਸੀ ਉਹ ਪਹੁੰਚਿਆ, ਕਹਿਣ ਲੱਗਾ ਸੱਜਣਾ ਮਿੱਟੀ ਤੇ ਮਿੱਟੀ ਪਾਉਣ ਦੀ ਕੀ ਲੋੜ ਹੈ, ਮਿੱਟੀ ਤੇ ਮਿੱਟੀ ਪਾਉਣ ਦੀ ਕੀ ਲੋੜ ਹੈ। ਹੁਣ ਵੇਖੋ ਬਿਰਤੀ ਤੇ ਭਾਵੇਂ ਪਹਿਲੇ ਦੀ ਵੀ ਭਲੀ ਸੀ, ਪਰ ਉਹਨੂੰ ਸੋਨਾ ਦਿਸ ਰਿਹਾ ਸੀ, ਮਿੱਟੀ ਦਿਸ ਰਹੀ ਸੀ, ਪਰ ਦੂਜੇ ਦੀ ਬਿਰਤੀ ਉਦੋਂ ਵੀ ਉੱਪਰ, ਜਿਹਨੂੰ ਸੋਨਾ ਵੀ ਮਿੱਟੀ ਦਿਸ। ਇਹਨੂੰ ਮਹਾਰਾਜ ਕਹਿੰਦੇ ਹਨ ਕੰਚਨ ਮਾਟੀ ਮਨ ਹੈ। ਉਹ ਬਿਰਤੀ ਉੱਪਰ, ਜਿੱਥੇ ਸੁੱਖ ਨਹੀਂ ਲੱਗਦਾ, ਦੁੱਖ ਨਹੀਂ ਲੱਗਦਾ, ਸੋਨਾ ਨਹੀਂ ਲੱਗਦਾ, ਮਿੱਟੀ ਨਹੀਂ ਲੱਗਦੀ, ਬਿਲਕੁਲ ਬਰਾਬਰ ਦੀ ਅਵਸਥਾ ਬਣ ਗਈ, ਬਰਾਬਰ ਦੀ ਅਵਸਥਾ। ਉਹ ਜਿਨ੍ਹਾਂ ਦੀ ਉਹ ਅਵਸਥਾ ਬਣੀ ਉਹਨਾਂ ਦੇ ਸਰੀਰ 'ਤੇ ਕਿੰਨੇ ਤਸ਼ੱਦਦ ਢਾਏ ਗਏ ਜ਼ਾਲਮਾਂ ਵੱਲੋਂ, ਪਰ ਉਹਨਾਂ ਨੇ ਪਰਵਾਹ ਨਾ ਕੀਤੀ। ਕਾਰਨ ਕੀ ਸੀ? ਹੁਣ ਅਵਸਥਾ ਇੰਨੀ ਉੱਚੀ ਬਣ ਚੁੱਕੀ ਸੀ ਕਿ ਸਰੀਰ ਦਾ ਦੁੱਖ ਵੀ ਦੁੱਖ ਮਹਿਸੂਸ ਨਹੀਂ ਸੀ ਹੁੰਦਾ। ਪਰ ਹੁਣ ਜੇ ਕੋਈ ਕਵੇ ਭਾਈ ਮਤੀ ਦਾਸ ਜੀ, ਇਹ ਜਿਹੜੀ ਅਵਸਥਾ ਤਾਂ ਤੁਸੀਂ ਜਿਉਂਦੇ ਜੇ, ਅਤੇ ਜਿਹੜੀ ਅਵਸਥਾ ਕਰਕੇ ਤੁਸੀਂ ਆਰੇ ਦੇ ਨਾਲ ਸਰੀਰ ਦੇ 2 ਟੁਕੜੇ ਕਰਵਾ ਲਏ ਹਨ, ਇਹ ਅਵਸਥਾ ਬਾਰੇ ਤੁਸੀਂ ਸਾਨੂੰ ਕਾਗਜ਼ 'ਤੇ ਕੋਈ 4 ਅੱਖਰ ਲਿਖ ਦੇਵੋ ਕਿ ਅਵਸਥਾ ਕੀ ਹੈ।
ਉਹ ਲਿਖੀ ਨਹੀਂ ਜਾ ਸਕਦੀ, ਉਹ ਬਿਆਨੀ ਨਹੀਂ ਜਾ ਸਕਦੀ। ਗੁਰੂ ਨਾਨਕ ਸਾਹਿਬ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਕਬੀਰ ਸਾਹਿਬ ਕਹਿੰਦੇ ਕਹਿਬੇ ਕੋ ਸ਼ੋਭਾ ਨਹੀਂ, ਦੇਖਾ ਹੀ ਪ੍ਰਵਾਨ। ਕਿਆ ਗੱਲ ਨਹੀਂ ਬਣ ਸਕਦੀ, ਦੇਖਿਆ ਮਾਣਿਆ ਹੀ ਗੱਲ ਬਣ ਸਕਦੀ ਹੈ ਕਿ ਉਹ ਚਰਨ ਕਮਲ ਦੀ ਮੌਜ ਦੇ ਵਿੱਚ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿੰਨਾ ਆਨੰਦ ਤੇ ਕਿੰਨਾ ਸੁੱਖ ਹੈ। ਕਬੀਰ ਦੇਖ ਕੇ ਕਹੂੰ ਕਹੇ ਨਾ ਕੋ ਪਤਿਆਏ। ਫਿਰ ਜਦੋਂ ਲੋਕ ਕਬੀਰ ਸਾਹਿਬ ਨੂੰ ਪੁੱਛਦੇ ਜੀ ਤੁਸੀਂ ਬੜੀਆਂ ਰੱਬ ਦੀਆਂ ਗੱਲਾਂ ਕਰਦੇ, ਜੇ ਰੱਬ ਨੂੰ ਦੇਖਿਆ ਹੈ, ਜੇ ਦੇਖਿਆ ਹੈ ਰੱਬ ਨੂੰ ਤੇ ਫਿਰ ਸਾਨੂੰ ਵੀ ਦੱਸੋ ਰੱਬ ਕਿੱਦਾਂ ਦਾ, ਪਰਮਾਤਮਾ ਕਿੱਦਾਂ ਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਹੁਣ ਕੀ ਕਵਾਂ, ਜੇ ਮੈਂ ਕੋਈ 4-6 ਅੱਖਰ ਬੋਲ ਕੇ ਤੁਹਾਨੂੰ ਦੱਸਾਂਗਾ ਵੀ ਤੇ ਫਿਰ ਵੀ ਤੁਹਾਨੂੰ ਭਰੋਸਾ ਨਹੀਂ ਵੱਜਣਾ, ਜਾਂ ਫਿਰ ਵੀ ਤੁਹਾਨੂੰ ਉਸ ਚੀਜ਼ ਦੀ ਸਮਝ ਨਹੀਂ ਜੇ ਆਉਣੀ। ਪਹਿਲੀ ਗੱਲ ਤੇ ਉਹ ਕਹਿੰਦੇ ਰੱਬ ਦੀਆਂ ਵਡਿਆਈਆਂ ਕਈਆਂ ਹੀ ਨਹੀਂ ਜਾ ਸਕਦੀਆਂ। ਸਾਤ ਸਮੁੰਦਰ ਮਸ ਕਰੂੰ ਕਲਮ ਕਰੂੰ ਬਨ ਰਾਏ, ਬਸਦਾ ਕਾਗਦ ਜਾਉ ਕਰੂੰ ਹਰ ਜਸ ਲਿਖਣ ਨਾ ਜਾਏ। ਦੂਜੇ ਨੰਬਰ ਤੇ ਜੇ ਉਹ ਭਗਤ ਉਹ ਕੁਝ ਕਹਿ ਵੀ ਦਵੇ ਤੇ ਫਿਰ ਵੀ ਅਸੀਂ ਸਮਝ ਨਹੀਂ ਜੇ ਸਕਦੇ। ਉਹ ਜਿਹੜੇ ਇਲਾਹੀ ਅੱਖਰ ਨੇ ਉਹਨਾਂ ਨੂੰ ਅਸੀਂ ਸਮਝ ਨਹੀਂ ਸਕਦੇ ਹਾਂ। ਕਬੀਰ ਸਾਹਿਬ ਕਹਿੰਦੇ ਕਬੀਰ ਦੇਖ ਕੇ ਕਹੂੰ ਕਹੇ ਨਾ ਕੋ ਪਤਿਆਏ, ਹਰ ਜੈਸਾ ਤੈਸਾ ਉਹੀ ਰਹੂੰ ਹਰਖ ਗੁਣ ਗਾਏ। ਉਹ ਕਹਿੰਦੇ ਜਿੱਦਾਂ ਦਾ ਰੱਬ ਹੈ ਉੱਦਾਂ ਦਾ ਬਸ ਰੱਬ ਹੀ ਹੈ, ਰੱਬ ਵਰਗਾ ਹੋਰ ਕੋਈ ਨਹੀਂ ਹੈ। ਜੇ ਤੁਸੀਂ ਕਹਿੰਦੇ ਹੋ ਰੱਬ ਬਾਰੇ ਦੱਸੋ ਕਬੀਰ ਸਾਹਿਬ, ਤੇ ਕਬੀਰ ਜੀ ਕਹਿੰਦੇ ਮੈਂ ਕਿਹਦੇ ਨਾਲ ਤੁਲਨਾ ਕਰਕੇ ਦੱਸਾਂ ਕਿ ਰੱਬ ਇਹਦੇ ਵਰਗਾ ਹੈ, ਕਿਹਦੇ ਨਾਲ ਤੁਲਨਾ ਕਰਕੇ ਦੱਸਾਂ। ਕਿਉਂਕਿ ਸੰਸਾਰੀ ਮਨੁੱਖ ਨੂੰ ਦੱਸਣ ਦੇ ਲਈ ਸੰਸਾਰ ਦੀ ਉਦਾਹਰਣ ਦੇਣੀ ਪਵੇਗੀ। ਉਹ ਇੱਕ ਬੜੀ ਪਿਆਰੀ ਛੋਟੀ ਜਿਹੀ ਗਾਥਾ ਹੈ ਕਿ ਕਹਿੰਦੇ ਸਾਗਰ ਦਾ ਸਮੁੰਦਰ ਦਾ ਡੱਡੂ ਖੂਹ ਦੇ ਡੱਡੂ ਨੂੰ ਮਿਲ ਪਿਆ। ਹੁਣ ਉਹ ਕਹਿਣ ਲੱਗਾ ਖੂਹ ਦੇ ਡੱਡੂ ਨੂੰ ਕਿ ਮੈਂ ਸਮੁੰਦਰ 'ਚ ਰਹਿੰਦਾ ਹਾਂ ਤੇ ਸਮੁੰਦਰ ਬੜਾ ਵੱਡਾ ਹੈ। ਤੇ ਹੁਣ ਜਿਹੜਾ ਖੂਹ ਦਾ ਡੱਡੂ ਸੀ ਉਹਨੂੰ ਕੀ ਪਤਾ ਉਹਦਾ ਵਿਚਾਰੇ ਦਾ ਦਾਇਰਾ ਤੇ ਖੂਹ ਦਾ ਛੋਟਾ ਜਿਹਾ ਦਾਇਰਾ ਸੀ। ਉਹਨੇ ਥੋੜ੍ਹੀ ਜਿਹੀ ਛਾਲ ਮਾਰੀ, ਕਹਿਣ ਲੱਗਾ ਕਿੱਡਾ ਏਡਾ ਕੁ ਸਮੁੰਦਰ ਹੈ। ਤੇ ਸਮੁੰਦਰ ਵਾਲਾ ਡੱਡੂ ਕਹਿਣ ਲੱਗਾ ਨਹੀਂ ਇਦੋਂ ਵੱਡਾ। ਉਹਨੇ ਥੋੜ੍ਹੀ ਵੱਡੀ ਛਾਲ ਮਾਰੀ, ਏਡਾ ਇਹ ਸਮੁੰਦਰ, ਕਹਿਣ ਲੱਗਾ ਨਹੀਂ ਇਦੋਂ ਵੀ ਵੱਡਾ। ਉਹਨੇ ਛਾਲ ਖੂਹ ਦੇ ਇੱਕ ਪਾਸਿਓਂ ਲੈ ਕੇ ਖੂਹ ਦੇ ਦੂਜੇ ਪਾਸੇ ਤੱਕ ਛਾਲ ਮਾਰ ਕੇ ਕਿਹਾ ਏਡਾ ਸਮੁੰਦਰ ਹੈ। ਉਹ ਕਹਿਣ ਲੱਗਾ ਨਹੀਂ ਇਦੋਂ ਵੀ ਵੱਡਾ ਹੈ। ਤੇ ਖੂਹ ਦਾ ਡੱਡੂ ਕਹਿਣ ਲੱਗਾ ਨਹੀਂ ਤੂੰ ਝੂਠ ਬੋਲਦਾ, ਇਦੋਂ ਵੱਡਾ ਕਿੱਡਾ ਹੋ ਸਕਦਾ ਹੈ, ਇਦੋਂ ਵੱਡਾ ਕਿੱਦਾਂ ਹੋ ਸਕਦਾ। ਹੁਣ ਕਿਉਂਕਿ ਉਹਦਾ ਗਿਆਨ ਹੀ ਓਨਾ ਹੈ ਤੇ ਉਹ ਉਦੋਂ ਵੱਡੇ ਨੂੰ ਸਮਝ ਹੀ ਨਹੀਂ ਸਕਦਾ ਹੈ। ਇਸੇ ਤਰ੍ਹਾਂ ਜੇ ਸਾਡੇ ਗਿਆਨ ਦੀ ਸੀਮਾ ਸੀਮਤ ਹੈ, ਅਸੀਂ ਵੱਡੇ ਨੂੰ ਸਮਝ ਨਹੀਂ ਸਕਦੇ। ਤੇ ਕਬੀਰ ਸਾਹਿਬ ਕਹਿੰਦੇ ਦੁਨੀਆ ਦੇ ਲੋਕਾਂ ਦੇ ਗਿਆਨ ਦੀ ਸੀਮਾ ਤੇ ਸੀਮਤ ਹੈ। ਜੇ ਮੈਂ ਇਹਨਾਂ ਨੂੰ ਕੁਝ ਕਵਾਂਗਾ ਇਹਨਾਂ ਨੇ ਕਹਿਣਾ ਦੁਨਿਆਵੀ ਉਦਾਹਰਣ ਦੇ ਕੇ ਦੱਸ ਕਿੱਦਾਂ ਦਾ ਰੱਬ ਹੈ। ਤੇ ਹੁਣ ਰੱਬ ਦੁਨੀਆ ਦੀ ਤੇ ਕੋਈ ਉਦਾਹਰਣ ਰੱਬ ਨੂੰ ਸਪਸ਼ਟ ਕਰਨ ਦੇ ਲਈ ਕੋਈ ਉਦਾਹਰਣ ਨਹੀਂ ਦਿੱਤੀ ਜਾ ਸਕਦੀ ਹੈ। ਦੁਨੀਆ ਭਾਵੇਂ ਜਿੰਨਾ ਮਰਜ਼ੀ ਕੋਈ ਰੱਬ ਦੇ ਵਿੱਚ ਅਭੇਦ ਹੋ ਚੁੱਕਿਆ, ਅਭੇਦ ਤਾਂ ਹੋ ਸਕਦਾ ਹੈ ਪਰ ਰੱਬ ਬਾਰੇ ਦੱਸਿਆ ਨਹੀਂ ਜਾ ਸਕਦਾ। ਗੁਰੂ ਨਾਨਕ ਮਹਾਰਾਜ ਵੀ ਕਹਿੰਦੇ ਉਹਦੇ ਬਾਰੇ ਕੁਝ ਬਿਆਨਿਆ ਨਹੀਂ ਜਾ ਸਕਦਾ ਹੈ। ਸੋ ਕਬੀਰ ਸਾਹਿਬ ਕਹਿੰਦੇ ਅਸੀਂ ਤੇ ਉਹਦੇ 'ਚ ਜੁੜ ਕੇ ਤੇ ਉਹਦੇ ਮਿਲਾਪ ਦਾ ਆਨੰਦ ਮਾਣਦੇ ਪਏ ਹਾਂ। ਉਹਦੇ ਮਿਲਾਪ ਦਾ ਆਨੰਦ ਤੇ ਮਾਣਿਆ ਜਾ ਸਕਦਾ ਹੈ ਪਰ ਉਹਦੇ ਬਾਰੇ ਬਿਆਨਿਆ ਨਹੀਂ ਜਾ ਸਕਦਾ। ਉਹ ਕੈਸਾ ਹੈ, ਕਿੰਨਾ ਵੱਡਾ ਹੈ, ਕਿੰਨਾ ਬੇਅੰਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਜਿਹੜੀ ਗੱਲ ਗੁਰੂ ਨੇ ਸਾਨੂੰ ਸਮਝਾਈ ਹੈ ਕਿ ਆਵੋ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ, ਆਓ ਉਸ ਅਕਥ ਦੀਆਂ ਵਡਿਆਈਆਂ ਕਰੀਏ। ਕੀ ਵਡਿਆਈਆਂ ਕਰਨੀਆਂ ਨੇ? ਜਿਹੜਾ ਹੈ ਹੀ ਅਕਥ ਹੈ ਉਹਨੂੰ ਕੀ ਕਥਨ ਕਰਾਂਗੇ? ਤੇ ਉਹ ਵੀ ਫਿਰ ਮਹਾਰਾਜ ਨੇ ਅੱਗੇ ਖੋਲ ਕੇ ਦੱਸਿਆ। ਆਵੋ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈ ਹੈ। ਇਹ ਵਿਚਾਰ ਕਰਨੀ ਹੈ ਕਿ ਉਹਨੂੰ ਪਾਇਆ ਕਿੱਦਾਂ ਜਾ ਸਕਦਾ, ਉਹਦੇ 'ਚ ਅਭੇਦ ਕਿੱਦਾਂ ਹੋਇਆ ਜਾ ਸਕਦਾ ਹੈ। ਕਿਤ ਦੁਆਰਾ ਪਾਈ ਹੈ ਤੇ ਉਹ ਫਿਰ ਉਹਨੂੰ ਪਾਉਣ ਦਾ ਤਰੀਕਾ ਗੁਰੂ ਨੇ ਸਮਝਾਇਆ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਆਪਣਾ ਆਪਾ ਜਿਨ੍ਹਾਂ ਨੇ ਸਮਰਪਿਤ ਕੀਤਾ, ਮਾਲਕ ਦੇ ਭਾਣੇ ਨੂੰ, ਰਜਾ ਨੂੰ, ਹੁਕਮ ਨੂੰ ਜਿਨ੍ਹਾਂ ਨੇ ਮੰਨ ਲਿਆ,
ਉਹ ਫਿਰ ਮਾਲਕ ਦੀ ਇੱਕ ਮਿਕਤਾ ਅਭੇਦਤਾ ਨੂੰ ਹਾਸਲ ਕਰਦੇ ਨੇ। ਸਤਿਗੁਰੂ ਮਿਹਰ ਕਰਨ ਇਹ ਪਾਵਨ ਬਾਣੀ ਦੇ ਉਪਦੇਸ਼ ਸਾਡੇ ਹਿਰਦੇ 'ਚ ਵਸਣ, ਜੀਵਨ ਸਫਲ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ। ਇੱਕ ਓੰਕਾਰ